ਅੱਜ 47 ਤੋਂ ਬਾਅਦ ਜਦੋਂ ਹਿੰਦੂਆਂ ਦਾ ਰਾਜ ਆਇਆ, ਬਹੁਤ ਲੋਕ ਇੱਥੇ ਹਿੰਦੂਤਵ ਦੂਜੇ ਸ਼ਬਦ ਵਰਤਦੇ ਨੇ। ਮੈਂ ਇਸ ਗੱਲ ਦਾ ਗਰੇਜ ਨਹੀਂ ਕਰਦਾ, ਰਾਜ ਹਿੰਦੂਆਂ ਦਾ ਹੈ, ਸਾਨੂੰ ਇਹ ਕਹਿਣਾ ਚਾਹੀਦਾ ਵੀ ਉਹਨਾਂ ਦਾ ਰਾਜ ਹੈ। ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਉਸ ਤੋਂ ਪਹਿਲਾਂ ਮੁਸਲਮਾਨਾਂ ਦਾ ਰਾਜ ਸੀ। ਸ਼ਬਦਾਂ ਦਾ ਹੇਰ ਫੇਰ ਜਦੋਂ ਅਸੀਂ ਕਰਨ ਲੱਗ ਪੈਂਦੇ ਹਾਂ, ਉਦੋਂ ਗੁਲਾਮੀ ਅਸੀਂ ਆਪ ਹੀ ਪਛਾਣਦੇ ਨੇ। ਅਸੀਂ ਆਪ ਕਬੂਤਰ ਵਾਂਗੂ ਅੱਖਾਂ ਮੀਟ ਕੇ ਸੋਚਦੇ ਹਾਂ ਵੀ ਸ਼ਾਇਦ ਖਤਰਾ ਟਲ ਗਿਆ। ਉਹਨਾਂ ਦਾ ਰਾਜ ਹੈ ਜਿਨ੍ਹਾਂ ਨੇ ਆਪਣੀ ਬੋਲੀ ਤੁਹਾਡੇ ਮੂੰਹ ਦੇ ਵਿੱਚ ਚਾੜ ਦਿੱਤੀ ਹੈ। ਸੋ ਬਹੁਤ ਵਾਰੀ ਆਪਾਂ ਗੁਲਾਮੀ ਦੀ ਡਿਸਕਸ਼ਨ ਕਰ ਚੁੱਕੇ ਹਾਂ ਵੀ ਗੁਲਾਮੀ ਹੈ ਕੀ। ਪ੍ਰਤੱਖ ਗੁਲਾਮੀ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਨੇ ਵੀ ਜਿਹੜੇ ਕੰਮ ਹਿੰਦੂਆਂ ਦੇ ਬੈਠੇ ਬਿਠਾਇਆ ਹੋ ਜਾਂਦੇ ਨੇ, ਉਹ ਸਾਡੇ ਕੰਮ ਕਰਾਉਣ ਵਾਸਤੇ ਸਾਨੂੰ ਨੱਕ ਰਗੜਨੇ ਪੈਂਦੇ ਨੇ, ਲੰਮੇ ਸੰਘਰਸ਼ ਕਰਨੇ ਪੈਂਦੇ ਨੇ। ਬਾਈ ਦੀਪ ਸਿੱਧੂ ਹਰ ਮੌਕੇ ਇਹ ਗੱਲ ਕਰਦੇ ਸੀ ਵੀ ਜਦੋਂ ਤੁਸੀਂ ਗੁਲਾਮੀ ਦਾ ਅਹਿਸਾਸ ਕਰੋਗੇ ਤੇ ਤੁਹਾਨੂੰ ਗੁਲਾਮੀ ਦਾ ਰਾਹ ਵੀ ਲੱਭ ਜੂ। ਖਾਲਿਸਤਾਨ ਦੀ ਗੱਲ ਵੀ ਕਰਨੀ ਚਾਹੀਦੀ, ਪਰ ਜਿੰਨਾ ਚਿਰ ਅਸੀਂ ਇਸ ਗੱਲ ਤੇ ਦ੍ਰਿੜ ਨਹੀਂ ਵੀ ਰਾਜ ਕਿਉਂ ਚਾਹੀਦਾ, ਓਨਾ ਚਿਰ ਰਾਜ ਮਿਲਣਾ ਨਹੀਂ। ਕੱਲ੍ਹ ਦੇ ਪਰਸੋਂ ਦੇ ਕਹਿ ਰਹੇ ਵੀ ਅਮਰਪਾਲ ਬਹੁਤ ਤੱਤੀਆਂ ਗੱਲਾਂ ਕਰਦਾ ਹੈ। ਤੱਤੀਆਂ ਗੱਲਾਂ ਮੈਂ ਨਹੀਂ ਕਰਦਾ, ਤੱਤੀਆਂ ਗੱਲਾਂ ਮਹਾਰਾਜ ਨੇ ਕੀਤੀ। ਮੈਂ ਕੋਈ ਆਪਣੇ ਕੋਲੋਂ ਬਣਾ ਕੇ ਗੱਲ ਨਹੀਂ ਕੀਤੀ। ਇਹ ਗੱਲ ਮਹਾਰਾਜ ਨੇ ਜਿੱਦ ਕੀਤੀ ਵੀ ਜਿਉਂ ਤੋਂ ਪ੍ਰੇਮ ਫੈਲਣ ਦਾ ਚਾਓ ਸਿਰ ਦਾ ਤਲੀ ਗਲੀ ਮੇਰੀ ਆਓ। ਮਹਾਰਾਜ ਨੇ ਸੀਸ ਮੰਗਿਆ, ਮਹਾਰਾਜ ਦਾ ਹੁਕਮ ਹੈ, ਮੈਂ ਤੇ ਗਲੀ ਸੁਣਾਤਾ। ਤੇ ਮਹਾਰਾਜ ਦੇ ਉੱਤੇ ਕੇਸ ਕਰ ਦਿਓ ਜਿਹਨੇ ਕਰਨਾ। ਜਾ ਕੇ ਪੁੱਛੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿ ਕਿਉਂ ਮਹਾਰਾਜ ਨੇ ਕਿਹਾ ਵੀ ਸਾਨੂੰ ਸੀਸ ਚਾਹੀਦੇ ਨੇ। ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ। ਗੁਰੂ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਲ ਉਹਨਾਂ ਦੀ ਬਰਸੀ ਵਿਖੇ ਇਕੱਠੇ ਹੋਏ ਹਾਂ। ਮਹਾਰਾਜ ਦੇ ਬਚਨ ਨੇ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਇਹ ਬਚਨ ਜਦੋਂ ਮਹਾਰਾਜ ਨੇ ਕੀਤੇ ਨੇ, ਇਹਦਾ ਅਰਥ ਇਹ ਹੈ ਵੀ ਜਿਹੜਾ ਸੂਰਮਾ ਉਹਦੀ ਪਰਿਭਾਸ਼ਾ ਇਹ ਦੱਸੀ। ਸੂਰਮਾ ਉਹ ਹੈ ਜਦੋਂ ਧਰਮ ਯੁੱਧ 'ਚ ਤੁਰ ਪੈਂਦਾ ਤੇ ਫਿਰ ਉਹਦਾ ਪੁਰਜਾ ਪੁਰਜਾ ਵੀ ਕੱਟਿਆ ਜਾਵੇ, ਉਹ ਪਿੱਛੇ ਨਹੀਂ ਮੁੜਦਾ। ਸੋ ਜਿਹੜੇ ਇਹ ਸ਼ਹੀਦਾਂ ਦੀ ਯਾਦ 'ਚ ਅਸੀਂ ਇਕੱਠੇ ਹੁੰਦੇ ਹਾਂ, ਉਹਨਾਂ ਨੂੰ ਯਾਦ ਵੀ ਕਰਨਾ ਤੇ ਪਰ ਸਭ ਤੋਂ ਜ਼ਰੂਰੀ ਇਹ ਹੈ ਵੀ ਇਹ ਯਾਦ ਰੱਖਣਾ ਵੀ ਉਹਨਾਂ ਸ਼ਹੀਦੀ ਦਿੱਤੀ ਕਿਉਂ ਹੈ। ਜੇ ਅਸੀਂ ਉਹਨਾਂ ਨੂੰ ਯਾਦ ਕਰਕੇ ਘਰੋਂ ਘਰੀ ਤੁਰ ਪਏ ਤੇ ਉਹਨਾਂ ਦੇ ਮਾਰਗ ਬਾਰੇ ਜਾਣਿਆ ਨਾ, ਇਹ ਨਾ ਜਾਣਿਆ ਵੀ ਉਹ ਘਰਾਂ ਤੋਂ ਕਿਉਂ ਨਿਕਲੇ, ਕਿਉਂ ਉਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨਾ ਚਾਹਿਆ, ਤੇ ਉਹਨਾਂ ਨੇ ਕਿਉਂ ਇਸ ਰਾਹ 'ਤੇ ਤੁਰ ਕੇ ਤਸ਼ੱਦਦ ਝੱਲੇ ਨੇ, ਤਸੀਹੇ ਸਹੇ ਨੇ ਤੇ ਸ਼ਹਾਦਤਾਂ ਦਿੱਤੀਆਂ ਨੇ, ਤੇ ਫਿਰ ਸਾਡਾ ਉਹਨਾਂ ਨੂੰ ਯਾਦ ਕਰਨਾ ਵੀ ਵਿਅਰਥ ਹੋ ਜਾਂਦਾ। ਸੋ ਜਦੋਂ 47 ਤੋਂ ਬਾਅਦ 'ਚ, ਵੈਸੇ ਤਾਂ ਇਹ ਸਾਰਾ ਕੁਝ ਗੁਰੂ ਕਾਲ ਤੋਂ ਹੀ ਚੱਲਿਆ ਆ ਰਿਹਾ। ਜਿਉਂ ਗੁਰੂ ਨਾਨਕ ਪਾਤਸ਼ਾਹ ਨੇ ਸੱਚਾ ਧਰਮ ਚਲਾਇਆ, ਸੱਚੇ ਧਰਮ ਚਲਾਉਣ ਕਰਕੇ ਜਿਹੜੇ ਝੂਠੇ ਧਰਮ ਸਨ, ਜਿਹੜੇ ਡੰਮੀ ਸਨ, ਜਿਹੜੇ ਲੋਕ ਅਕਾਲ ਪੁਰਖ ਦੇ ਵਿਰੋਧੀ ਬਣਦੇ ਸਨ, ਸ਼ਰੀਕ ਬਣਦੇ ਸਨ, ਉਹਨਾਂ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਉਹਨਾਂ ਨੇ ਗੁਰੂ ਕਾਲ ਤੋਂ ਸਮੇਂ ਹੀ ਗੁਰੂ ਸਾਹਿਬ ਦੇ ਗੁਰੂ ਘਰ ਦੇ ਖਿਲਾਫ ਭੁਗਤਣਾ ਸ਼ੁਰੂ ਕੀਤਾ। ਅੱਜ 47 ਤੋਂ ਬਾਅਦ ਜਦੋਂ ਹਿੰਦੂਆਂ ਦਾ ਰਾਜ ਆਇਆ, ਬਹੁਤ ਲੋਕ ਇੱਥੇ ਹਿੰਦੂਤਵ ਦੂਜੇ ਸ਼ਬਦ ਵਰਤਦੇ ਨੇ। ਮੈਂ ਇਸ ਗੱਲ ਦਾ ਗਰੇਜ ਨਹੀਂ ਕਰਦਾ, ਰਾਜ ਹਿੰਦੂਆਂ ਦਾ ਹੈ, ਸਾਨੂੰ ਇਹ ਕਹਿਣਾ ਚਾਹੀਦਾ ਵੀ ਉਹਨਾਂ ਦਾ ਰਾਜ ਹੈ। ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਉਸ ਤੋਂ ਪਹਿਲਾਂ ਮੁਸਲਮਾਨਾਂ ਦਾ ਰਾਜ ਸੀ। ਸ਼ਬਦਾਂ ਦਾ ਹੇਰ ਫੇਰ ਜਦੋਂ ਅਸੀਂ ਕਰਨ ਲੱਗ ਪੈਂਦੇ ਹਾਂ, ਉਦੋਂ ਗੁਲਾਮੀ ਅਸੀਂ ਆਪ ਹੀ ਪਛਾਣਦੇ ਨੇ। ਅਸੀਂ ਆਪ ਕਬੂਤਰ ਵਾਂਗੂ ਅੱਖਾਂ ਮੀਟ ਕੇ ਸੋਚਦੇ ਹਾਂ ਵੀ ਸ਼ਾਇਦ ਖਤਰਾ ਟਲ ਗਿਆ। ਜੇ ਕਿਸੇ ਗੱਲ ਨੂੰ ਇਸ ਗੱਲ ਦਾ ਭੁਲੇਖਾ ਹੈ ਵੀ ਅੱਜ ਕਿਹਦਾ ਰਾਜ ਹੈ, ਅੱਜ ਉਹਨਾਂ ਦਾ ਰਾਜ ਹੈ ਜਿਨ੍ਹਾਂ ਨੇ ਆਪਣੀ ਬੋਲੀ ਤੁਹਾਡੇ ਮੂੰਹ ਦੇ ਵਿੱਚ ਚਾੜ ਦਿੱਤੀ ਹੈ। ਤੁਹਾਡੇ ਬੱਚੇ ਜਿਹੜੇ ਨੇ ਉਹ ਪੰਜਾਬੀ ਸਿਖਾਉਣੀ ਹੋਵੇ ਤੇ ਤੁਹਾਨੂੰ ਆਪ ਹੀ ਮੁਸ਼ੱਕਤ ਕਰਨੀ ਪੈਂਦੀ ਹੈ, ਸਕੂਲਾਂ 'ਚ ਵੀ ਜਾ ਕੇ ਕਹਿਣਾ ਪੈਂਦਾ, ਤੇ ਹਿੰਦੀ ਉਹ ਘਰੇ ਬੈਠੇ ਸਿੱਖ ਜਾਂਦੇ। ਸੋ ਇਸ ਕਰਕੇ ਰਾਜ ਉਹਨਾਂ ਦਾ, ਤਾਂ ਕਰਕੇ ਉਹਨਾਂ ਦੀ ਚੱਲ ਰਹੀ ਹੈ। ਉਸ ਰਾਜ ਨੇ 47 'ਚ ਜਦੋਂ ਇਹਨਾਂ ਨੂੰ ਰਾਜ ਮਿਲਿਆ ਹੈ, 48 ਦੇ ਵਿੱਚ ਉਹਨਾਂ ਨੇ ਕਿਹਾ ਵੀ ਸਿੱਖ ਜਰਾਇਮ ਪੇਸ਼ਾ ਕੌਮ ਨੇ ਤੇ ਇਹਨਾਂ ਨੂੰ ਕਾਬੂ ਰੱਖਣਾ ਚਾਹੀਦਾ। ਸੋ 47 ਤੋਂ ਬਾਅਦ 48 'ਚ ਜਿਹੜਾ ਸਾਨੂੰ ਇਹ ਤੋਹਫਾ ਮਿਲਿਆ ਸੀ ਗੁਲਾਮੀ ਦਾ, ਕੁਝ ਸਿੱਖਾਂ ਨੇ ਉਸ ਮੌਕੇ ਵੀ ਅਹਿਸਾਸ ਕੀਤਾ ਸੀ। ਬਹੁਤੇ ਲੋਕਾਂ ਨੂੰ ਲੱਗਦਾ ਵੀ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ 84 'ਚ ਆਣ ਕੇ ਸ਼ੁਰੂ ਹੋਈ ਹੈ, ਪਰ ਇਹ ਸਾਡਾ ਭੁਲੇਖਾ ਹੈ। ਖਾਲਿਸਤਾਨ ਦੀ ਗੱਲ 34 'ਚ ਵੀ ਸ਼ੁਰੂ ਹੋਈ ਸੀ। 1934 'ਚ ਮਤਾ ਪਿਆ ਸੀ। ਕੁਝ ਸੁਹਿਰਦ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਜੇ ਅਸੀਂ ਮੁਸਲਮਾਨਾਂ ਨਾਲ ਨਹੀਂ ਰਹਿ ਸਕਦੇ ਤੇ ਰਹਿ ਅਸੀਂ ਹਿੰਦੂਆਂ ਨਾਲ ਵੀ ਨਹੀਂ ਸਕਦੇ, ਕਿਉਂਕਿ ਧਾਰਮਿਕ ਜਿਹੜੀ ਵਿਰੋਧਤਾ ਹੈ ਉਹਦੇ ਚੱਲਦਿਆਂ ਜਿਹਦੇ ਕੋਲ ਵੀ ਰਾਜ ਆ ਗਿਆ ਦੂਜੇ 'ਤੇ ਜ਼ੁਲਮ ਕਰੂਗਾ। ਸੋ ਇਸ ਕਰਕੇ ਸਾਡੇ ਕੁਝ ਸੁਹਿਰਦ ਸਿੱਖਾਂ ਨੇ ਉਦੋਂ ਵੀ ਆਵਾਜ਼ ਚੁੱਕੀ ਹੈ,
पर जदों कौम गवाची गां वांगू तुरी फिरे, उन्होंने कोई अकल ना होवे भी करना की है। इन्होंने उदों तह च आके ते हिंदुस्तान के ना रहने का फैसला भी किया, कुछ वाह पेश भी नहीं चली इन्हों की, पर कुछ इन्हों का फैसला आप लीडरशिप माड़ी होने करके इन्होंने हालातों च पै गए। 47 होंदियां ही एक तो बहुत वड्डा उजाड़ा सिखां दा होया, दूजा नाल दी नाल उन्होंने सानू एक सूबा देने तो इनकार कर दिता जिहदा उन्होंने वादा किया सी। ये प्रतੱਖ गुलामी दी निशानियां सी, पर जदों एक बारी गुलामी गल पै जाती है, उन्होंने लाउण का भी एक प्रोसैस है, उन्होंने लाउण का एक उहदा भी एक राह तुहानूं घड़ना पैंदा, क्योंकि जिहड़ी गुलामी है एक दिन च तुहाडे गल नहीं पैंदी। ये हौली हौली 150 साल की जिहड़ी गुलामी है, 1849 च साडा राज गया है। 1849 तो बाद च एक तो सरीरक गुलामी सी, तुहाडे ते पाबंदियां लगियां ने, पर सब तो वड्डी गुलामी है मानसिक गुलामी, जिन्होंने सिंह साहब पहले मैमोरोसाइड कहते सी। मानसिक गुलामी वो है जिथे कौम, हुण तुसीं सारे बैठे जो, तुहाडे पैरां नूं किसी ने संगल नहीं मारिया, ना किसी ने मारना, ना तुहानूं किसी ने घर च कैद कर देना, तुसीं तुरे फिरदे जो, घरों बाहरों काम करते जो, गृहस्थ जीवन जींदे जो, अपने बच्चे पालते जो, सारा कुछ कर ली इजाद। तुसीं जे कोई काम कर ली नहीं इजाद हैगे तो वह हैगा भी अपने धर्म के राह ते तुर लई, तुहानूं धर्म के राह तो तुरन तो रोकिया जाता है। सो बहुत बारी आपां गुलामी की डिस्कशन कर चुके हैं भी गुलामी है कि प्रतੱਖ गुलामी दी निशानियां साडे सामने ने, भी जेड़े काम हिंदुआं दे बैठे बिठाया हो जाते हैं वो साडे काम कराउण वास्ते सानूं नक रगड़ने पैंदे ने, लंबे संघर्ष करने पैंदे ने। जदों बोली के आधार पर सूबियां की वंड हुई है, सारे सूबे बोली के आधार पर बन गए, गुजरात बन गया, तमिलनाडु बन गया, सारे सूबे उन्होंने बोली के आधार पर महाराष्ट्र बना लिया, मराठियां की बोली सी। पंजाब को उन्होंने इनकार कर दिता कि असीं बोली के आधार पर सूबा नहीं बना। सो गुलामां दे नाल वितकरा हुंदा है, ये सदीवी काल तो वितकरा चलता आ रहा, पर गुलाम कौमां लई सब तो जरूरी है वितकरे की पछाण करनी। जिहड़ी कौम वितकरे की पछाण कर लैंदी है वो आज़ादी का राह भी लभ लैंदी। भाई दीप सिद्धू हर मौके गल करते सी भी जदों तुसीं गुलामी का एहसास करोगे तो तुहानूं गुलामी का राह भी लभ जू। जे तुसीं हर लड़ाई नूं होंद की लड़ाई मनोगे, हुण होंद की है साडी, कोई बंदा कहूगा भी साडियां जमीनां गवाच रहीआं, जमीनां नाल साडी होंद नहीं जुड़ी, साडी होंद केवल धर्म नाल जुड़ी है। राजनीति राज सानूं क्यों चाहिए? बहुत बंदे सवाल करते हैं भी तुहानूं राज क्यों चाहिए? राज सानूं चाहिए है भी असीं भगती कर सकीए। भगती 'च विघन पैंदा क्योंकि साडे कोल ताकत नहीं। असीं दरबार साहब बैठे भगती करते सी, उन्हां फौजां चढ़ दित्तियां, एक वारी नहीं चाड़ियां। सो असीं राज इस करके नहीं मंगते भी असीं किसी गद्दी ते बैठ के कोई शासन चलाउणा, असीं राज इस करके मंगते हाँ भी भगती करनी है तो उहदे 'च कोई विघन ना पा सके। क्योंकि पहलां जिहड़े जोगी सी वो संसार छड्ड के जंगलों जा वड़ते सी, वो राजनीतिक नहीं सी हुंदे, जंगलों जाते सी क्योंकि उन्होंने का तर्क ये सी भी काम जिहड़ा वो तंग करता, जनानियों तो दूर भज जाते सी। महाराज ने बचन किया भी रहना भी संसार च, संसार के इन्हां वकारां च ही रहना है, तो इन्हां वकारां नूं साध के इत्थे ही भगती करनी, इत्थे ही नाम जपना, भगौड़े नहीं बनना कदे भी। सो इस करके जदों असीं राज की गल करते हैं, राजसी ताकत की गल करते हैं, ये श्रोमणी कमेटी की गल करके गए हैं। ये सारा कुछ सानूं इस करके चाहिए भी असीं गुरु के नाम नाल जुड़ सकीए। हुण बड़ियां बंदिशां ने, हुण कोई कह सकता भी तुसीं घरे बैठे पाठ करी जाओ, तुहानूं किहड़ा रोकदा है? गल ये नहीं हैगी। जिहड़ा तंत्र है, जिहड़ा ढांचा है, ढांचे की जिहड़ी कीमत पछाणनी पैनी आपां। जे किसी का माँ प्यो नकामा होवे, कोई प्यो शराबी होवे, माँ कोई बच्चों का ख्याल ना करे, तो कुदरती तौर पर जिहड़ा तंत्र जे राज तुहाडा है, तो जो बच्चा घर तो बाहर कदम रखूगा उन्होंने स्कूल दे विच भी सिक्खी ना जोड़े जाओ, वो जे किसी को मिलूगा वो भी उन्होंने सिक्खी ना जोड़ूगा। पर अज की है, अज माँ प्यो जी सदके जोर ला लैण जिन्ना मर्जी, जदों बच्चा उन्होंने घर तो बाहर पैर पुट्टदा है, कोई नशे च लग जाता है, कोई पतित पुणे च लग जाता है। ये क्यों हो रहा? क्योंकि राज साडा महाराजा रणजीत सिंह के राज इदां नहीं सी हुंदा, उहदे राज पूरा जिहड़ा राज सी वो तुहाडा घर बन जाता है। इस करके राज जिहड़ा ਇਹਦੀ पछाण करनी भी सानू क्यों जरूरी है। बहुत लोग असी नारे लाने, चंगी गल लाने चाहिए नारे, खालिस्तान की गल भी करनी चाहिए, पर जिन्ना चਿਰ असी इस गल पर दृढ़ नहीं भी राज क्यों चाहिए, उन्ना चਿਰ राज मिलना नहीं। बहुत बंदे राजनीतिक जिहड़े हुंदे ने वो कह दिंदे ने भी सानू कुर्सी दे दिओ, असीं आ कर देंगे, पर जिन्ना चਿਰ वो धर्म नूं मुख रख के राजनीति नहीं करते, उन्ना चਿਰ वो भी कुछ नहीं कर सकते। सारे बंदे उस राह ते तुरनगे जिहड़ियां राहां ते बदल गए ने। मान साहब ने 40 साल तो ये दृढ़ करके दिखाया
भी असीं धर्म के राह ते तुर सकते हैं। घाटे चले ने, जिहड़े नुकसान चले ने, अपनी कौम की बेरुखी चली है, पर फिर भी उन्होंने उस राह उत्ते कायम रख के दस्सिया भी असीं जिहड़ा वा राज भाग लेना तो सिद्धांत ते खड़ के लेना है, सिद्धांत तो भगौड़े होकर नहीं लेना। नौजवान जिहड़े ने गुलामी की गल आपां होर लंबी कर सकते हैं, जिन्ने घंटिया बधी बैठी है भी गुलामी की है, ये बंदे नूं किवें प्रभावित करती है, कौमां नूं किवें प्रभावित करती है। हुण सवाल ये है भी असीं इहनूं दूर किवें करना है। सब तो वड्डा सवाल है भी गुलामी के खिलाफ लड़ना किवें। देखो सब तो जरूरी तो यह है भी महाराज ने जो खालसे की सिरजना की है, उदों खालसे नूं तैयार बर तैयार रहने का हुक्म दिता है। राज गवाच भी जाता है, राज आ भी जाता है। जे तैयारी घट होवे तो राज गवाच जाता है, जे तैयारी पूरी ना हो तो राज मिलता नहीं। ये दोवें शर्तों के विच तैयारी पूरी चाहिए। तैयारी की है, जदों की सृष्टि रची है, गुरु नानक पातशाह अकाल पुरख रूप ने, उन्होंने सृष्टि बनाई है, ब्रह्मांड रचिया, सारा कुछ तो करता पुरख ही ने। उन्होंने धर्म पैदा किए वक्-वक्, उन्होंने पाप पुन सब कुछ उन्होंने कंट्रोल च, तो अखीर नूं उन्होंने आप धरती पर अवतार धार के खालसे की सिरजना की है। 10वें पातशाह के रूप में खालसे की सिरजना करने वेले जिहड़ा खंडे बाटे की पौल तैयार की है 10वें पातशाह ने, उन्होंने तुसीं कला पानी ना जाणिया करो जां उन्होंने कोई मिठे पतासियां वाला पानी जाण लिया। ਉਹਦੇ 'ਚ संसार का ब्रह्मांडों का कोट ब्रह्मांडों का निचोड़ है। वो जिहड़ा जल है, जो तुसीं उहनूं पीना है अमृत नूं, अमृत का अर्थ है अमृत हुंदा है मौत। मृत जो आपां कहने मृतक, अमृत जो ऐड़ा लग जाता उसका अर्थ बन जाता है भी ये मौत तो रहत है, जिहड़ा कदे नहीं मर सकता। शरीर मरूगा, आत्मा कदे नहीं मरती। सो इस करके जिहड़ा वो अमृत है, उहनूं जिहड़ा पींदा, वो पौल नूं जिहड़ा छक लैंदा, वो बंदा मौत जन्म के गेड़ तो मुक्त हो जाता है। तो संसार की सब तो वड्डी दौड़ किहड़ी है? मुक्ति की दौड़। इस्लाम दे विच ओह कहंदे ने जिहड़ा पदार्थ है उस तो बचो, भाव दुनियावी चीज़ां ऐशोराम, पर सब तो वड्डा उत्थे जिहड़ा नुकसान वाली गल ये है, उन्हां दी जन्नत पदार्थां नाल भरी पई है। वो कहते हैं भी जन्नत जाके तुहानूं शराब के दरिया, फीम के पहाड़, हूरां सब कुछ मिलेगा, पर इत्थे तुसीं बचो। उन्हां दा सारा जीवन इसे ख्याल च लंघदा है कि सोच लगे उन्हां दा सारा जीवन, ईसाई जिहड़े अजकल इत्थे पास्टर तुरे फिरदे ने, वो वादा की करते हैं भी असीं तुहानूं जन्नत लैके जावांगे। गुरु साहब ने जदों सिखां नूं आवाज़ दित्ती है, ज्यों तो प्रेम खेलन का चाओ, सिर धर तली गली मेरी आओ, कोई वादा नहीं गा तुहाडे नाल। तुसीं ये मत जाणो भी तुहानूं कोई उत्थे पदार्थ मिलणगे, कोई सोने के महल मिलणगे। महाराज ने आवाज़ ही उन्होंने मारी है जिहड़े अपना सीस गुरु के चरणों च भेंट कर सकते। कल दे परसों दे कह रहे भी अमृतपाल बहुत तत्तियां गल्लां करदा है। तत्तियां गल्लां मैं नहीं करता, तत्तियां गल्लां महाराज ने की, मैं कोई अपने कोलों बना के गल नहीं की। ये गल महाराज ने जिद की भी ज्यों तो प्रेम खेलन का चाओ, सिर धर तली गली मेरी आओ। महाराज ने सीस मंगया, महाराज का हुक्म है, मैं तो गली सुनाता है, तो महाराज के उत्ते किस करते जिन्हें करना जाके पुछो सतगुरु सच्चे पातशाह ने भी क्यों महाराज ने कहा भी सानूं सीस चाहिए। जे मैं ये कहा नौजवानों को भी तैयार बर तैयार होके रहो, जे तुसीं तैयार बर तैयार हो के फिर ही लड़ोगे ना। जे तुहाडी तैयारी कोई नहीं गी तो फिर जो अगे छत्र खाते हैं दिखाई जाओगे ना होर 200 साल। तो जे नौजवानों को यह कहना भी खंडे बाटे की पौड़ छको, तैयार बर तैयार हो तो अपना सीस गुरु के चरणों च भेंट करो। क्योंकि इस्लाम दे विच एक धारणा है, ईसाईयत दे विच भी इकट्ठे जे धर्म है, वो कहते भी तुहानूं सरैंडर करना चाहिए, भाव पूर्ण समर्पण कर दो अपने नबी अगे। गुरु साहब समर्पण नहीं मंगते, समर्पण छोटी चीज़ है। गुरु साहब कहते हैं भी मेरे अगे मरो, पहला अपना आप खत्म कर दो, अपने वजूद को मिटा दो। वो जिहड़ा समर्पण तो वड्डी चीज़ है जिहड़ी गुरु ने साडे कोल मंगी है। सो इस करके जो महाराज कहते हैं भी सानूं सीस चाहिए ने, तो मैं क्या नौजवानों भी ना लिखा दो, क्योंकि खंडे बाटे की पौड़ छकनी है। तो ये ना हो भी जिदा कोई साध आण के तुहानूं छका गया पहला किते, तो वह कह दिंदा होगा भी कोई नहीं छक लो, कोई गल नहीं होती भी भावें बाद ला के गतरा किते किली दे ढंग लिया किते रख लिया, ये काम नहीं हैगा। खंडे बाटे की पौड़ छकण वेले पंज प्यारिਆਂ ने कुछ चीज़ां पुछणियां, वो की ने? उन्होंने पूछना भी जे धर्म की खातर सिर देण की लोड़ पई तो देगा, तुसीं उत्थे हाँ कहना फिर ही अमृत छकाया जांदा, तो जे उत्थे हाँ कहना तो आवाज़ दिता नहीं तो फिर अमृत कहदा छकिया तुसीं? उन्होंने ये भी पूछना है भी तेरा पिता का नाम की,
ਤੁਸੀਂ ਗੁਰੂ ਗੋਬਿੰਦ ਪਾਤਸ਼ਾਹ ਕਹਿਣਾ, ਮਾਤਾ ਦਾ ਨਾਮ ਮਾਤਾ ਸਾਹਿਬ ਕੌਰ, ਤੇਰਾ ਸ਼ਹਿਰ ਕਿਹੜਾ, ਘਰ ਕਿਹੜਾ, ਅਨੰਦਪੁਰ ਸਾਹਿਬ। ਤੇ ਜੇ ਉਹ ਕਹਿ ਕੇ ਤੇ ਬਾਅਦ ਜਾਣ ਕੇ ਜਿਹੜੇ ਦੁਨਿਆਵੀ ਮਾਂ ਬਾਪ ਨੇ ਸਾਡੇ, ਉਹ ਕਹਿਣ ਵੀ ਨਹੀਂ ਵੀ ਇਹ ਤੂੰ ਇਹ ਕੰਮ ਨਹੀਂ ਕਰਨਾ, ਤੇ ਤੁਸੀਂ ਕਹੋ ਵੀ ਠੀਕ ਹੈ ਜੀ, ਸਾਡੇ ਮਾਂ ਪਿਓ ਸਾਨੂੰ ਮੰਨਣੀ ਪੈਣੀ ਹੈ। ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰ, ਦੋਸਤ ਮਿੱਤਰ, ਜੋ ਵੀ ਤੁਹਾਡੇ ਜੀਵਨ ਦੇ ਰਿਸ਼ਤੇ ਨੇ, ਇਹ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਇਹ ਤੁਹਾਨੂੰ ਗੁਰੂ ਦੇ ਨਾਲ ਜੋੜਦੇ ਨੇ। ਜਦੋਂ ਕੋਈ ਰਿਸ਼ਤਾ ਜਿਹੜਾ ਤੁਹਾਡਾ ਕਿੰਨਾ ਵੀ ਸਕਾ ਹੋਵੇ, ਮਾਂ ਤੋਂ ਵੱਧ ਕੌਣ ਸਕਾ ਹੁੰਦਾ? ਭਗਤ ਨਿਆਮਦੇਵ ਦੀ ਮਾਂ ਉਹਨੂੰ ਕਹਿੰਦੀ ਸੀ ਵੀ ਤੂੰ ਇਹਨਾਂ ਦੇ ਕਹਿਣ ਤੇ ਰਾਮ ਨੂੰ ਰਾਮ ਕਹਿ ਦੇ। ਉਹ ਕਹਿੰਦਾ ਸੀ ਵੀ ਮੈਂ ਤੇਰਾ ਪੁੱਤ ਹੀ ਨਹੀਂ, ਤੂੰ ਮੈਨੂੰ ਕਾਇਰਤਾ ਦਾ ਪਾਠ ਪੜ੍ਹਾਉਂਦਾ। ਸੋ ਇਸ ਕਰਕੇ ਜਦੋਂ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਨਾਲ, ਉੱਥੇ ਇੱਕ 14 ਸਾਲ ਦਾ ਨੌਜਵਾਨ ਸੀ। ਅੰਗਰੇਜ਼ ਨੇ ਇਹ ਗੱਲ ਡਾਕੂਮੈਂਟ ਕੀਤੀ। 14 ਸਾਲ ਦਾ ਨੌਜਵਾਨ ਸੀ ਤੇ ਉਹਦੀ ਮਾਂ ਨੂੰ ਇਹ ਸੀ ਵੀ ਉਹਨੇ ਪੁੱਛਿਆ ਕਿ ਤੂੰ ਸਿੱਖ ਹੈ? ਸਿੱਖਾਂ ਨੂੰ ਸ਼ਹੀਦ ਕਰ ਦਿੰਦੇ ਸੀ। ਉਹ ਕਹਿੰਦਾ ਮੈਂ ਸਿੱਖ ਹਾਂ। ਉਹਦੀ ਮਾਂ ਕਹਿੰਦੀ ਵੀ ਨਹੀਂ, ਇਹ ਸਿੱਖ ਨਹੀਂ ਹੈਗਾ, ਇਹਨੂੰ ਭੁਲੇਖਾ ਹੈ, ਤੇ ਬੱਚਾ ਹੈ। ਉਹਨੇ ਨੌਜਵਾਨ ਨੇ ਕਿਉਂ ਕਿਹਾ ਵੀ ਇਹ ਮੇਰੀ ਮਾਂ ਹੀ ਨਹੀਂ, ਮੈਂ ਨਹੀਂ ਜਾਣਦਾ ਇਹਨੂੰ ਕੌਣ। ਸੋ ਜਦੋਂ ਤੁਸੀਂ ਇੰਨੇ ਤਿਆਰ ਹੋ ਗਏ ਵੀ ਮਾਂ ਪਿਓ ਸਾਡਾ ਕੌਣ ਹੈ, ਘਰ ਸਾਡਾ ਕਿਹੜਾ ਹੈ, ਅਨੰਦਪੁਰ ਘਰ ਹੈ ਸਾਡਾ, ਜਦੋਂ ਤੁਸੀਂ 5 ਕਕਾਰਾਂ ਦੇ ਧਾਰਨੀ ਹੋ ਗਏ, ਉਦੋਂ ਸੰਸਾਰ ਦੀ ਕੋਈ ਤਾਕਤ ਤੁਹਾਨੂੰ ਗੁਲਾਮ ਨਹੀਂ ਰੱਖ ਸਕਦੀ। ਤੇ ਜਿੰਨਾ ਚਿਰ ਤੁਸੀਂ ਇਹ ਕੁਛ ਧਾਰਨ ਨਹੀਂ ਕਰਦੇ, ਉਹਨਾਂ ਚਿਰ ਰਾਜ ਆ ਵੀ ਜਾਣਗੇ ਤੇ ਚਲੇ ਜਾਣਗੇ। ਹੁਣ ਸਾਨੂੰ ਰਾਜ ਜਦੋਂ ਤੁਸੀਂ ਤਿਆਰ ਹੋਗੇ, ਰਾਜ ਉਦੋਂ ਹੀ ਪ੍ਰਗਟ ਹੋ ਜਾਣਾ। ਰਾਜ ਕਿਤੇ ਗਿਆ ਨਹੀਂ ਖਾਲਸੇ ਦਾ। ਰਾਜ ਖਾਲਸੇ ਦਾ ਆਉਂਦਾ ਜਾਂਦਾ ਨਹੀਂ ਹੁੰਦਾ, ਪ੍ਰਗਟ ਹੁੰਦਾ ਤੇ ਅਲੋਪ ਹੋ ਜਾਂਦਾ। ਸੋ ਮਹਾਰਾਜ ਨੇ ਰਾਜ ਕਦੋਂ ਦੇਣਾ? ਮਹਾਰਾਜ ਨੇ ਖਾਲਸਾ ਸ੍ਰਿਸ਼ਟੀ ਲੱਖਾਂ ਸਾਲ ਦੀ ਸ੍ਰਿਸ਼ਟੀ ਤੋਂ ਬਾਅਦ ਸਾਜਿਆ। ਤੇ ਤੁਸੀਂ ਇਹ ਸਮਝਦੇ ਹੋ ਵੀ ਤੁਹਾਡੀ ਕੋਈ ਪ੍ਰੀਖਿਆ ਨਹੀਂ ਹੋਣੀ। ਤੁਸੀਂ ਸੋਚਦੇ ਜੋ ਵੀ ਤੁਹਾਨੂੰ ਮਹਾਰਾਜ ਨੇ ਰਾਜਾਂ ਥਾਲੀ ਧਰ ਕੇ ਦੇ ਦੇਣਾ। ਮਹਾਰਾਜ ਕੀ ਕਹਿੰਦੇ? ਕੋਈ ਕਿਸੇ ਕੋ ਰਾਜ ਨੂੰ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਸੋ ਤੁਸੀਂ ਕਿਹੜਾ ਬਲ ਲਾ ਰਹੇ ਆਪਾਂ ਅੱਜ ਦੇ ਸਮੇਂ 'ਚ? ਕਿਹੜਾ ਬਲ ਹੈ? ਆਪਸ 'ਚ ਕੋਈ ਇੱਕ ਦੂਜੇ ਨੂੰ ਛਿੱਤਰੋ ਛਿੱਤਰੀ ਹੁੰਦੇ ਹੋਵਾਂਗੇ, ਜਾਂ ਕੋਈ ਗਾਣਿਆਂ ਦੇ ਨੱਚੀ ਜਾਂਦਾ, ਕੋਈ ਮਤਲਬ ਕਿਤੇ ਸ਼ਰਾਬਾਂ ਪੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਬੇਸ਼ੱਕ ਇਹ ਗੁਲਾਮੀ ਦਾ ਕਰਕੇ ਹੋ ਰਿਹਾ ਸਾਰਾ ਕੁਛ, ਪਰ ਗੁਲਾਮੀ ਨੂੰ ਦੂਰ ਕਰਨ ਦੇ ਕੋਈ ਯਤਨ ਤੇ ਕਰਨੇ ਆ ਨਾ। ਇੱਦਾਂ ਤਾਂ ਨਹੀਂ ਹੋ ਸਕਦਾ ਵੀ ਅਸੀਂ ਆਪਣੇ ਆਪ 'ਚ ਕੋਈ ਬਦਲਾਅ ਨਾ ਕਰੀਏ ਤੇ ਸਾਨੂੰ ਰਾਜ ਮਿਲ ਜਾਵੇ। ਸੋ ਇਸ ਕਰਕੇ ਜਿੰਨਾ ਵੀ ਅੱਜ ਨੌਜਵਾਨ ਇੱਥੇ ਆਏ ਨੇ, ਜਾਂ ਜਿੰਨੇ ਵੀ ਨੌਜਵਾਨ ਇੱਥੋਂ ਜੁੜਨਗੇ ਕਿਸੇ ਵੀ ਸਾਧਨ ਦੇ ਤਰੀਕੇ ਦੇ ਨਾਲ, ਬਹੁਤ ਲੋਕ ਜਿਹੜੇ ਕਹਿ ਰਹੇ ਨੇ ਵੀ ਇਹਨਾਂ ਨੇ ਜੀ ਲੋਕਾਂ ਦੇ ਪੁੱਤਾਂ ਨੂੰ ਮਰਵਾ ਦੇਣਾ, ਫਲਾਣਾ। ਕਿਸੇ ਦੇ ਪੁੱਤਰ ਨਹੀਂ ਮਰਵਾਉਣਾ। ਜਿੰਨੇ ਮਰਨਾ ਉਹਨੇ ਕਲਗੀਧਰ ਪਾਤਸ਼ਾਹ ਦਾ ਪੁੱਤਰ ਬਣ ਕੇ ਮਰਨਾ ਹੈ। ਦੁਨਿਆਵੀ ਮਾਂ ਪਿਓ ਦਾ ਫਰਜ਼ ਹੈ ਜਨਮ ਦੇਣਾ, ਪਾਲ ਪੋਸ ਕੇ ਵੱਡਾ ਕਰਨਾ। ਉਹ ਕਿਉਂ ਜਨਮ ਦਿੱਤਾ? ਸਿੱਖ ਬੱਚੇ ਨੂੰ ਜਨਮ ਇਸ ਕਰਕੇ ਨਹੀਂ ਦਿੰਦਾ ਵੀ ਉਹਦੀ ਕੁਲ ਵੰਸ਼ ਵਧਾਊਗਾ। ਸਿੱਖ ਬੱਚੇ ਨੂੰ ਜਨਮ ਇਸ ਕਰਕੇ ਦਿੰਦਾ ਹੈ ਵੀ ਇਹ ਗੁਰੂ ਦੀ ਕੁਲ ਵੰਸ਼ ਸ਼ਾਮਲ ਹੋ, ਇਹ ਗੁਰੂ ਦਾ ਨਾਮ ਜਪੋ। ਸਿੱਖ ਦਾ ਪਰਿਵਾਰ ਦੇ ਰਿਸ਼ਤੇ ਵੀ ਇਸ ਕਰਕੇ ਆ ਵੀ ਉਹਦੇ 'ਚ ਗੁਰਮਤਿ ਦੀ ਸਾਂਝ ਪਵੇ। ਸੋ ਇਸ ਕਰਕੇ ਜਿਹੜੇ ਨੌਜਵਾਨਾਂ ਨੇ ਇਸ ਰਾਹ 'ਤੇ ਤੁਰਨਾ, ਇਹ ਨਹੀਂ ਹੈਗਾ ਵੀ ਤੁਸੀਂ ਹਥਿਆਰ ਚੁੱਕ ਕੇ ਤੇ ਬੰਦੇ ਮਾਰਨ ਤੁਰ ਪੈਣਾ। ਤਿਆਰੀ ਕੀ ਹੈ? ਮਹਾਰਾਜ ਦਾ ਇੱਕ ਹੁਕਮ ਹੈ, ਜਦੋਂ ਜੰਗ ਤੁਹਾਡੇ ਪੇਸ਼ ਪੈਣੀ ਉਦੋਂ ਪੈਣੀ, ਉਸ ਤੋਂ ਪਹਿਲਾਂ ਕੋਈ ਜੰਗ ਨਹੀਂ ਲੜ ਸਕਦਾ। ਪਰ ਮੈਂ ਜੇ ਤੁਹਾਨੂੰ ਪੁੱਛਾਂ ਵੀ ਤੁਹਾਡੇ ਇੱਥੇ ਮਹਾਰਾਜ ਦਾ ਸਰੂਪ ਹੈ, ਇਹ ਕਲਗੀਧਰ ਪਾਤਸ਼ਾਹ ਆਪ ਰਾਜਮਾਨ ਨੇ। ਅਸੀਂ ਮੰਨਦੇ ਨਹੀਂ ਗੇ, ਕਹਿ ਦਿੰਦੇ ਹਾਂ ਵੀ ਅਸੀਂ ਪ੍ਰਗਟ ਗੁਰਾਂ ਦੀ ਦੇਹ ਮੰਨਦੇ ਹਾਂ। ਜੇ ਇਹ ਆਪ ਰਾਜਮਾਨ ਹੋਣ ਇੱਥੇ ਕਲਗੀਧਰ ਪਾਤਸ਼ਾਹ, ਤੇ ਅਸੀਂ ਇੱਦਾਂ ਹੀ ਤੁਰੇ ਫਿਰਾਂਗੇ ਜਦੋਂ ਤੁਰੇ ਫਿਰਨੇ। ਕੋਈ ਆਣ ਕੇ ਕਲਗੀਧਰ ਪਾਤਸ਼ਾਹ ਦੇ ਵੱਲ ਉਂਗਲ ਕਰਕੇ ਦਿਖਾ ਸਕਦਾ? ਸਾਡੇ ਮਨਾਂ 'ਚੋਂ ਧਰਮ ਨਿਕਲ ਗਿਆ। ਜਦੋਂ ਧਰਮ ਨਿਕਲ ਗਿਆ, ਮਹਾਰਾਜ ਨੇ ਬਚਨ ਕੀਤੇ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਹੈ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਦੋਂ ਤੱਕ ਨਿਆਰੇ ਸਾਂ, ਮਹਾਰਾਜ ਨੇ ਆਪਣਾ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ। ਯੀਸ਼ੂ ਮਸੀਹ ਕਹਿੰਦਾ ਹੈ ਵੀ ਇਹ ਮੇਰੀਆਂ ਭੇਡਾਂ ਨੇ, ਆਪਣੇ ਫੋਲੋਅਰਸ ਨੂੰ ਕਹਿੰਦਾ, ਮੈਂ ਇਹਨਾਂ ਦਾ ਆਜਣੀ ਹਾਂ। ਗੁਰੂ ਗੋਬਿੰਦ ਪਾਤਸ਼ਾਹ ਕਹਿੰਦੇ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੂ ਨਿਵਾਸ। ਸੋ ਸਾਨੂੰ ਗੁਰੂ ਨੇ ਕਿਹੜੇ ਦਰਜੇ 'ਤੇ ਬਿਠਾਇਆ ਤੇ ਅਸੀਂ ਕਿੱਥੇ ਜਾ ਬੈਠੇ? ਤੇ ਫਿਰ ਅਸੀਂ ਇੱਧਰ ਉੱਧਰ ਮੂੰਹ ਕਰਕੇ ਝਾਕਦੇ ਹਾਂ ਵੀ ਸਾਨੂੰ ਜੀ ਫਲਾਣੇ ਥਾਂ 'ਤੇ ਕੁੱਟ ਪੈ ਗਈ ਹੈ, ਕਿਸੇ ਦੀ ਪਾਗਲਾਤ ਸੀ, ਉਹ ਪਹਿਲਾਂ ਵੀਡੀਓ ਪਾਉਣ ਤੋਂ ਪੈਂਦਾ ਵੀ ਮੇਰੀ ਪਾਗਲਾਤ ਹੀ। ਇਹ ਕੋਈ ਦੱਸਣ ਵਾਲੀ ਗੱਲ? ਮਤਲਬ ਕੋਈ ਘੱਟੋ ਘੱਟ ਇੰਨੀ ਸ਼ਰਮ ਰੱਖੀ ਅਸੀਂ ਆਪਣੀ ਵੀ ਜੇ ਕਿਤੇ ਮਾਰ ਪੈ ਰਹੀ ਆ, ਉਹਨੂੰ ਐਂ ਪ੍ਰਗਟ ਨਹੀਂ ਕਰੀਦਾ ਹੁੰਦਾ ਵੀ ਸਾਨੂੰ ਇਹਦੀ ਕੁੱਟ ਪੈਣ ਦੀ। ਇਹ ਵਿਕਟਮ ਨਹੀਂ ਬਣਨਾ। ਜਿਹੜੀ ਵਿਕਟਮ ਮੈਂਟੈਲਿਟੀ, ਉਹ ਪਤਾ ਕੀ ਹੁੰਦੀ ਹੈ? ਬੰਦੇ ਨੂੰ ਸਵਾਦ ਆਉਣ ਲੱਗ ਪੈਂਦਾ ਵੀ ਸਾਨੂੰ ਮਾਰ ਪਈ ਹੈ, ਦਿਖਾਈਏ ਲੋਕਾਂ ਨੂੰ। ਉਹਦੇ ਨਾਲ ਲੋਕ ਵੱਧ ਤੋਂ ਵੱਧ ਕਹਿੰਦੇ ਬਹੁਤ ਤੁਸੀਂ ਨਿਮਾਣੇ ਜੋ, ਬਹੁਤ ਨਤਾਣੇ ਜੋ, ਇਹਦੇ ਨਾਲ ਕੁਛ ਨਹੀਂ ਬਣਨਾ। ਜਿਹੜਾ ਤੁਹਾਨੂੰ ਮਾਰ ਰਿਹਾ ਉਹ ਕਿਸੇ ਭੁਲੇਖੇ 'ਚ ਨਹੀਂ ਹੈਗਾ। ਜਿਹੜੀ ਹਕੂਮਤ ਤੁਹਾਨੂੰ ਮਾਰਨ ਲਈ ਹੈ, ਉਹ ਕਿਸੇ ਭੁਲੇਖੇ 'ਚ ਨਹੀਂ ਬੈਠੀ।
ਉਹ ਅਣਜਾਣਪੁਣੇ 'ਚ ਤੁਹਾਡਾ ਨਸਲ ਕੁਛ ਨਹੀਂ ਕਰ ਰਹੀ। ਉਹਨੇ ਸੋਚਿਆ 500 ਸਾਲ ਤੋਂ ਹੀ ਉਹਨੇ ਸੋਚ ਲਿਆ ਸੀ। ਜਿਉਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਅਵਤਾਰ ਧਾਰ ਲਿਆ ਧਰਤੀ ਦੇ ਉੱਤੇ, ਆਪ ਅਕਾਲ ਪੁਰਖ ਆ ਗਏ ਨੇ, ਉਸ ਦਿਨ ਤੋਂ ਦੁਨੀਆ ਦਾ ਹਰ ਧਰਮ ਤੁਹਾਡਾ ਵੈਰੀ ਬਣ ਗਿਆ। ਇਹ ਮਤ ਜਾਣੋ ਵੀ ਕੋਈ ਤੁਹਾਡਾ ਮਿੱਤਰ ਹੈ, ਕੋਈ ਤੁਹਾਡਾ ਮਿੱਤਰ ਨਹੀਂ ਹੈਗਾ। ਜਿਹਦੇ ਹੱਥ 'ਚ ਤਾਕਤ ਆਈ ਹੈ ਉਹਨੇ ਸਿੱਖਾਂ ਦਾ ਖੁਰਾ ਕੁਝ ਮਿਟਾਉਣ ਦੀ ਕੋਸ਼ਿਸ਼ ਕੀਤੀ। ਜਿਹਦੇ ਹੱਥ 'ਚ ਤਾਕਤ ਆਵੇਗੀ ਉਹ ਸਿੱਖਾਂ ਦਾ ਖੁਰਾ ਕੁਝ ਮਿਟਾਉਣ ਦੀ ਕੋਸ਼ਿਸ਼ ਕਰੂਗਾ। ਸੋ ਇਸ ਕਰਕੇ ਤਾਕਤ ਇਸ ਕਰਕੇ ਜ਼ਰੂਰੀ ਹੈ। ਵੈਸੇ ਤਾਂ ਸਾਰਾ ਕੁਝ ਝੂਠ ਹੈ। ਮਹਾਰਾਜ ਦੀ ਬਾਣੀ ਕਹਿੰਦੀ ਜਗ ਰਚਨਾ ਸਭ ਝੂਠ ਹੈ। ਇਹ ਸਭ ਕੁਝ ਝੂਠ ਹੈ। ਸ੍ਰਿਸ਼ਟੀਆਂ ਬ੍ਰਹਮੰਡ ਇਹ ਸਭ ਨਾਸਮਾਨ ਇੱਕ ਦਿਨ ਨਾਸ ਹੋ ਜਾਣੇ, ਇੱਕੋ ਨਾਮ ਰਹਿਣਾ ਅਕਾਲ ਪੁਰਖ ਦਾ, ਸੱਚ ਉਹੀ ਹੈ। ਪਰ ਰਾਜ ਇਸ ਕਰਕੇ ਜ਼ਰੂਰੀ ਹੈ, ਜਿੰਨਾ ਚਿਰ ਜੀਣਾ ਉਹਨਾਂ ਚਿਰ ਗੈਰਤ ਨਾਲ ਜੀਣਾ, ਅਣਖ ਨਾਲ ਜੀਣਾ, ਧਰਮ ਨਾਲ ਜੀਣਾ। ਅਤੇ ਜੇ ਸਾਧੂ ਦੀ ਸਾਧਨਾ ਕੀ ਹੈ? ਜੇ ਉਹਦੇ ਚਾਰ ਚਪੇੜਾਂ ਕੋ ਮਾਰ ਦੇਵੇ ਉਹਨੇ। ਸਾਧੂ ਬੈਠੇ ਹੁੰਦੇ ਨਾ, ਸਾਧਨਾ ਕਰ ਰਹੇ, ਬਹੁਤ ਤਪ ਹੈ ਉਹਨਾਂ ਦਾ, ਭਗਤੀ ਹੈ, ਤਪੀਆਂ ਦਾ ਬੜਾ ਤਪ ਹੈ 20-20 ਸਾਲ ਦਾ। ਅਤੇ ਜੇ ਤਪੀ 20 ਸਾਲ ਦਾ ਤਪੀ ਬੈਠਾ ਹੋਵੇ ਤਪ ਤੇ ਕੋਈ ਆਣ ਕੇ ਚਾਰ ਚਪੇੜਾਂ ਮਾਰ ਦੇਵੇ ਅਮਲੀ ਉਹਦੇ, ਅਤੇ ਉਹਦਾ ਤਪ ਕੀ ਕਹਿੰਦਾ? ਜੇ ਯੋਗੀ ਆ ਉਹ ਸਾਲਾਂ ਬੱਧੀ ਯੋਗ ਕਰਦੇ ਆ, ਆਸਣ ਕਰਦੇ ਆ, ਉਹਨੂੰ ਉਹ ਯੋਗ 'ਤੇ ਬੈਠੇ ਹੋਣ ਅਤੇ ਕੋਈ ਆਣ ਕੇ ਮਤਲਬ ਉਹਨਾਂ ਦਾ ਗਾਠਾ ਲਾ ਜਾਵੇ ਅਤੇ ਉਹਨਾਂ ਦਾ ਕਾਹਦਾ ਯੋਗ? ਸੋ ਇਸ ਕਰਕੇ ਮਹਾਰਾਜ ਨੇ ਸੰਤ ਦੇ ਸਿਪਾਹੀ ਬਣਾਏ। ਸੰਤ ਪਹਿਲਾਂ ਬਣਨਾ, ਸਿਪਾਹੀ ਵੀ ਨਾਲ ਨਾਲ ਬਣਨਾ। ਨੌਜਵਾਨਾਂ ਲਈ ਇਹ ਜ਼ਰੂਰੀ ਹੈ ਵੀ ਜਿਹੜੀ ਤੁਹਾਡੀ ਤਿਆਰੀ ਹੈ, ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਹਰਲੰਡ ਕਰਦੇ ਫਿਰੋ ਵੀ ਅਸੀਂ ਮਤਲਬ ਆਹ ਕਰਦੇ ਨਾ ਉਹ ਕਰਦੇ। ਨਾਮ ਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜਿਹੜਾ ਸੰਸਾਰ ਦਾ ਭਵ ਸਾਗਰ ਹੈ, ਇਹਦੇ 'ਚ ਤੁਹਾਡੀ ਨਾ ਤਾਂ ਕਮਾਈ ਜਾਣੀ ਹੈ, ਨਾ ਕੋਈ ਰਿਸ਼ਤੇਦਾਰੀ ਜਾਣੀ ਹੈ, ਨਾ ਕੋਈ ਸਾਂਝ ਜਾਣੀ ਹੈ। ਹੁਣ ਤੁਹਾਡੀ ਇੱਥੇ ਲੜਾਈ ਹੋ ਜਾਏ ਅਤੇ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕਰੋਗੇ ਵੀ ਸਾਨੂੰ ਇੰਨੇ ਬੰਦੇ ਚਾਹੀਦੇ, ਆ ਜਾਣਗੇ। ਭਵ ਸਾਗਰ ਹੈ ਜਿਹੜਾ, ਉਹਦੇ 'ਚ ਕੋਈ ਕਿਸੇ ਦਾ ਸਾਥ ਨਹੀਂ, ਉਹ 'ਚ ਸਿਰਫ ਨਾਮ ਜਾਣਾ। ਉਹਦੇ 'ਚ ਜਿੰਨੀ ਬਾਣੀ ਤੁਸੀਂ ਕਮਾ ਲਈ ਹੈ ਉਹਨੇ ਪਾਰ ਲਗਾਉਣਾ। ਜਿਹਦੀ ਬਾਣੀ ਘਟ ਗਈ ਉਹਨੇ ਡੁੱਬਣਾ। ਜਿਹਦੇ ਕੋਲ ਨਾਮ ਨਾ ਹੋਇਆ ਉਹਨੇ ਡੁੱਬਣਾ, ਇਹਨੇ ਡੋਲਣਾ। ਸੋ ਇਸ ਕਰਕੇ ਇਹ ਅੱਗੇ ਆ ਕੇ ਹੋਰ ਇਲਜ਼ਾਮ ਲੱਗਣੇ ਵੀ ਇਹ ਨੌਜਵਾਨਾਂ ਨੂੰ ਭੜਕਾਉਂਦੇ। ਮੈਂ ਕਿਸੇ ਨੂੰ ਭੜਕਾਉਂਦਾ ਨਹੀਂ ਗਾ। ਮੈਂ ਤਾਂ ਕਹਿੰਦਾ ਵੀ ਇਹ ਪ੍ਰਤੱਖ ਚੀਜ਼ ਜਿਹੜੀ ਤੁਹਾਡੇ ਸਾਹਮਣੇ ਆ ਉਹਨੂੰ ਵੇਖ ਲਓ। ਤੁਹਾਨੂੰ ਪਿੰਜਰੇ 'ਚ ਪਾਇਆ ਉਹਨਾਂ ਨੇ, ਪਿੰਜਰਾ ਬੇਸ਼ੱਕ ਨਹੀਂ ਦਿਖਦਾ, ਤੁਸੀਂ ਤੋੜਨਾ ਕਿਵੇਂ ਤੁਸੀਂ ਜਾਣੋ। ਮੈਂ ਕਿਸੇ ਨੂੰ ਕੁਛ ਨਹੀਂ ਦੱਸਣਾ ਵੀ ਤੁਸੀਂ ਕੀ ਕਰਨਾ। ਤੁਹਾਡੀ ਧੀ ਭੈਣ ਦੀ ਪੱਗ ਦੇ ਹੱਥ ਪਾਉਂਦਾ, ਮੈਂ ਤਾਂ ਨਹੀਂ ਦੱਸਣਾ ਵੀ ਤੁਸੀਂ ਕਿੱਦਾਂ ਰੋਕਣਾ। ਇਹਦੇ ਜਾਨਵਰਾਂ ਨੂੰ ਪਤਾ ਹੁੰਦਾ। ਸ਼ੇਰਾਂ ਨੂੰ ਕਦੀ ਦੱਸਿਆ ਕਿਸੇ ਨੇ ਵੀ ਇਲਾਕੇ ਕਿੱਦਾਂ ਰੱਖੀ ਦੇ ਆਪਣੇ? ਸ਼ੇਰ ਆਪਣਾ ਇਲਾਕਾ ਮੰਨ ਲੈਂਦਾ, ਉਹਦੀ ਫਿਰ ਚੌਕੀਦਾਰੀ ਕਰਦਾ ਹੈ। ਕੋਈ ਸਿਖਾਉਂਦਾ ਉਹਨਾਂ ਨੂੰ ਵੀ ਇਹ ਕੰਮ ਕਿੱਦਾਂ ਕਰਨਾ। ਸੋ ਜਿਹੜੀ ਸ਼ੇਰਾਂ ਦੀ ਕੌਮ ਘਾਉਂਦੀ ਹੋਵੇ ਆਪਣੇ ਆਪ ਨੂੰ, ਉਹਨਾਂ ਨੂੰ ਮੈਂ ਦੱਸਦਾ ਫਿਰਾਂ ਜਾਂ ਕੋਈ ਹੋਰ ਦੁੱਕੀ ਤੱਕੀ ਬੰਦਾ ਆਣ ਕੇ ਦੱਸਦਾ ਫਿਰੇ ਵੀ ਤੁਸੀਂ ਆਹ ਕਰੋ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਮਾੜੀ ਅੱਖ ਨਾਲ ਆਉਂਦਾ, ਜਿਹੜਾ ਸਿੱਖ ਧੀ ਭੈਣ ਵੱਲ ਮਾੜੀ ਅੱਖ ਨਾਲ ਆਉਂਦਾ, ਜਿਹੜਾ ਸ਼ਹੀਦਾਂ ਨੂੰ ਮੰਦਾ ਬੋਲਦਾ, ਉਹਦੇ ਨਾਲ ਕੀ ਕਰਨਾ ਕੀ ਨਹੀਂ ਕਰਨਾ ਮਹਾਰਾਜ ਕੋਲ ਪੁੱਛੋ, ਬਾਬੇ ਬਿਧੀ ਚੰਦ ਕੋਲ ਪੁੱਛ ਲਓ। 6ਵੇਂ ਪਾਤਸ਼ਾਹ ਨੂੰ ਕੋਈ ਬੰਦਾ ਮੰਦਾ ਬੋਲਦਾ ਸੀ, 2 ਵਾਰ ਸਮਝਾਇਆ, 3ਜੀ ਵਾਰ ਵੱਢ ਕੇ ਨਹਿਰੇ ਪਾ ਦਿੱਤਾ। ਕਈ ਜਾਣ ਤੋਂ ਲੋਕਾਂ ਨੂੰ ਤੁਸੀਂ ਜ਼ੁਲਮੀ ਜੋ ਜ਼ਾਲਮ ਜੋ ਲੋਕਾਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਾੜਾ ਬੋਲਤਾ, ਕਲਗੀ ਵਾਲੇ ਨੂੰ ਵੀ ਮਾੜਾ ਬੋਲਤਾ। ਸੋ ਅਸੀਂ ਕਿਹੜੇ ਖੇਤ ਦੀ ਮੂੜੀ? ਸੰਤ ਮਹਾਂਪੁਰਖ ਨਹੀਂ ਛੱਡੇ ਲੋਕਾਂ ਨੇ, ਉਹਨਾਂ ਨੂੰ ਜ਼ਾਲਮ ਕਹਿ ਦਿੱਤਾ। ਉਹਨਾਂ ਨੇ ਜ਼ਾਲਮ ਕਹਿਣਾ, ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਨੀ। ਪਰਵਾਹ ਉਦਣ ਕਰਨੀ ਹੈ ਜਿੱਦਣ ਕਲਗੀਆਂ ਵਾਲਾ ਸਾਡੇ ਤੋਂ ਨਿਗਾਹ ਫੇਰ ਲਵੇ, ਅਤੇ ਉਹਨੇ ਫੇਰੀ ਹੋਈ ਉਹ ਜਿਹੜੀ ਸਾਡੀ ਇਹ ਦਸ਼ਾ ਹੈ। ਇਹ ਕਲਗੀ ਵਾਲਾ ਸਾਡੇ ਤੋਂ ਨਿਗਾਹ ਫੇਰ ਗਿਆ ਅਤੇ ਤਾਂ ਹੀ ਹੋਈ ਹੈ। ਸਾਨੂੰ ਐਂ ਲੱਗਦਾ ਵੀ ਕਲਗੀ ਵਾਲਾ ਸਾਡੇ 'ਤੇ ਟੇਕ ਰੱਖੀ ਬੈਠਾ, ਨਾ, ਉਹਨੂੰ ਸਾਡੀ ਲੋੜ ਨਹੀਂ। ਲੋੜ ਸਾਨੂੰ ਹੈ, ਉਹਨੇ ਸਾਨੂੰ ਇਸ ਭਵ ਸਾਗਰ 'ਚੋਂ ਬਾਂਹ ਫੜ ਕੇ ਲੰਘਾਉਣਾ ਹੈ। ਸਾਡੇ ਇੱਥੇ ਕਈ ਮਲਾਹ ਤੁਰੇ ਫਿਰਦੇ ਨੇ, ਦਰਿਆ ਕੰਢੇ ਜਾਓ ਨਾ ਜਦੋਂ, ਉੱਥੇ ਹਜ਼ਾਰਾਂ ਮਲਾਹ ਹੁੰਦੇ ਨੇ, ਹਜ਼ਾਰਾਂ ਬੇੜੀਆਂ ਹੁੰਦੀਆਂ। ਅਤੇ ਇਹ ਬੜੀ ਖੁਸ਼ਕਿਸਮਤੀ ਹੈ ਸਾਡੀ ਵੀ ਸਾਨੂੰ ਸਿੱਖਾਂ ਦੇ ਘਰ ਜਨਮ ਮਿਲਿਆ। ਮੁਕਤੀ ਕੇਵਲ ਸਿੱਖ ਨੂੰ ਮਿਲਣੀ, ਹੋਰ ਕਿਸੇ ਨੂੰ ਮੁਕਤੀ ਨਹੀਂ ਮਿਲਣੀ। ਦੂਜੇ ਧਰਮਾਂ 'ਚ ਜਦੋਂ ਕੋਈ ਬਹੁਤ ਚੰਗਾ ਧਰਮਾਂ ਦੀ ਪਾਲਣਾ ਕਰਨ ਵਾਲਾ ਬੰਦਾ, ਉਹਨੂੰ ਸਿੱਖਾਂ ਦੇ ਘਰ ਜਨਮ ਮਿਲਦਾ ਹੁੰਦਾ ਹੈ, ਕਿਉਂਕਿ ਮੁਕਤੀ ਕੇਵਲ ਸਿੱਖ ਕੋਲ। ਦੂਜੇ ਧਰਮਾਂ ਦੀ ਜੰਨਤ ਜਾਂਦਾ ਨਾ ਬੰਦਾ ਚੰਗੇ ਕੰਮ ਕਰਕੇ, ਜੰਨਤਾਂ 'ਚ ਪਦਾਰਥ ਪਏ ਨੇ। ਸਾਡੇ ਸੱਚਖੰਡ 'ਚ ਕੋਈ ਪਦਾਰਥ ਨਹੀਂ, ਉੱਥੇ ਪਦਾਰਥ ਤੋਂ ਮੁਕਤੀ ਹੈ। ਅੱਜ ਅਸੀਂ ਅੰਨ ਕਿਉਂ ਛਕਦੇ ਹਾਂ? ਭੁੱਖ ਲੱਗਦੀ ਹੈ। ਭੁੱਖ ਸਰੀਰ ਲਈ ਜ਼ਰੂਰੀ ਹੈ, ਲੱਗਦੀ ਹੈ। ਇਹ ਤੋਂ ਬਾਅਦ ਅਸੀਂ ਨਾਮ ਜਪਣਾ। ਹੁਣ ਜੇ ਤਪ 'ਤੇ ਬੈਠੇ ਬੰਦੇ ਨੂੰ ਪਿਆਸ ਤੰਗ ਕਰਦੀ ਹੈ, ਸੱਚਖੰਡ 'ਚ ਕੁਛ ਤੰਗ ਨਹੀਂ ਕਰਦਾ। ਸੱਚਖੰਡ 'ਚ ਕੇਵਲ ਗੁਰੂ ਦਾ ਨਾਮ ਹੈ, ਕੇਵਲ ਉਹਦੇ ਚਰਨਾਂ 'ਚ ਬੈਠਣਾ, ਹੋਰ ਕੋਈ ਚੀਜ਼ ਨਹੀਂ ਹੈਗੀ ਉੱਥੇ। ਸੋ ਇਸ ਕਰਕੇ ਮੁਕਤੀ ਕੇਵਲ ਸਿੱਖ ਨੂੰ ਮਿਲਣੀ ਹੈ, ਪਰ ਉਹ ਸਿੱਖ ਨੂੰ ਮਿਲਣੀ ਹੈ ਜਿਹੜੇ ਸਿੱਖ ਨੇ ਇਸ ਜੀਵਨ ਦੇ ਵਿੱਚ ਗੁਰੂ ਮਹਾਰਾਜ ਦੇ ਲੜ ਲੱਗ ਕੇ ਖੰਡੇ ਬਾਟੇ ਦੀ ਪਹੁਲ ਚੱਕੀ। ਇਹ ਤੋਂ ਬਿਨਾਂ ਦਾਖਲਾ ਨਹੀਂ ਮਿਲਦਾ। ਖੰਡੇ ਬਾਟੇ ਦੀ ਪਹੁਲ ਤੋਂ ਬਿਨਾਂ ਕੋਈ ਦਾਖਲਾ ਨਹੀਂ ਮਿਲਦਾ ਕਿਸੇ ਨੂੰ। ਅਤੇ ਉਸ ਤੋਂ ਬਾਅਦ 'ਚ ਇਹ
ਦੂਜਿਆਂ ਦੇ ਤੇ ਕੱਚੇ ਪੇਪਰ ਹੋਣੇ ਨੇ ਅਜੇ, ਜਿਹੜੇ ਦੂਜੇ ਧਰਮ ਵਾਲੇ, ਸਾਡਾ ਪੱਕਾ। ਅਸੀਂ ਕੱਚਿਆਂ ਤੋਂ ਲੰਘ ਕੇ ਹੀ ਆਏ ਹੋਣਗੇ ਤਾਂ ਸਾਡਾ ਪੱਕਾ ਹੋਣ ਡਿਆ। ਅਤੇ ਜੇ ਇੱਥੇ ਆਣ ਕੇ ਮਤਲਬ ਅਣਗਹਿਲੀ ਕਰਨੀ ਆ ਤਾਂ ਫਿਰ 84 ਜਿਹੜਾ ਲੱਖ ਜੂਨਾਂ ਹੈ ਨਾ, ਉਹਨਾਂ 'ਚੋਂ ਲੰਘ ਕੇ ਮੁੜ ਕੇ ਆਉਣਾ ਪਊ। ਕਿਉਂਕਿ ਜਿਹੜਾ ਬੰਦਾ ਪੱਕੇ ਪੇਪਰਾਂ 'ਚ ਕਤਾਈ ਕਰ ਜਾਂਦਾ, ਸਾਰਾ ਸਾਲ ਦੋਹਰੇ ਹੋਣਾ ਚਾਹੀਦਾ। ਸੋ ਇੰਨੀਆਂ ਮੇਰੀਆਂ ਬੇਨਤੀਆਂ ਨੌਜਵਾਨਾਂ ਨੂੰ ਵੀ ਤੁਸੀਂ ਕਿਸੇ ਦਾ ਆਰਡਰ ਨਾ ਉਡੀਕਿਆ ਕਰੋ ਵੀ ਕੋਈ ਤੁਹਾਨੂੰ ਕੋਈ ਗਵਾਹੀ ਦੇਣ ਵਾਲਾ ਨਹੀਂ ਕਾਲ ਮੁਕਤ ਹੋਵੇਗਾ। ਮੈਂ ਕਿਸੇ ਦਾ ਕੋਈ ਆਗੂ ਨਹੀਂ ਹੈਗਾ, ਮੈਂ ਤੁਹਾਡੇ ਵਰਗਾ ਹੀ ਹਾਂ। ਜੋ ਮੇਰੇ ਮਨ 'ਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਜਿੰਨੀ ਕਿਰਪਾ ਕਰਦੇ ਮੈਂ ਉਹਨਾਂ ਹੋ ਜਾਵਾਂ। ਨਾ ਮੈਂ ਕਿਸੇ ਨੂੰ ਕਹਿਣਾ ਵਿਆਹ ਕਰੋ, ਮੈਂ ਸਿਰਫ ਇੱਕ ਗੱਲ ਕਹਿਣਾ ਵੀ ਮਹਾਰਾਜ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਨੀ, ਸਿੱਖ ਧੀ ਭੈਣ ਦੀ ਪੱਗ 'ਤੇ ਪਿਆ ਹੱਥ ਬਰਦਾਸ਼ਤ ਨਹੀਂ ਕਰਨਾ, ਸਿੱਖਾਂ ਦੇ ਹੱਕਾਂ 'ਤੇ ਪਿਆ ਡਾਕਾ ਬਰਦਾਸ਼ਤ ਨਹੀਂ ਕਰਨਾ। ਤੁਸੀਂ ਰੋਕਣਾ ਕਿਵੇਂ ਹੋ ਤੁਸੀਂ ਜਾਣੋ। ਜੇ ਮੈਂ ਤੁਹਾਨੂੰ ਤਰੀਕਾ ਦੱਸਾਂ ਤਾਂ ਮੇਰੇ ਤਰੀਕੇ ਗਲਤ ਵੀ ਹੋ ਸਕਦੇ, ਮੈਂ ਵੀ ਅਕਸਰ ਬੰਦਾ ਹਾਂ। ਸੋ ਇਸ ਕਰਕੇ ਬਹੁਤ ਨੌਜਵਾਨ ਨੇ ਜਿਹੜੇ ਮੇਰੇ ਤੋਂ ਵੱਧ ਕਾਬਲ ਨੇ, ਜਿਨ੍ਹਾਂ ਨੇ ਕੌਮ ਦੀ ਅੱਗੇ ਅਗਵਾਈ ਕਰਨੀ ਆ ਕੇ, ਉਹਨਾਂ ਨੌਜਵਾਨਾਂ ਨੂੰ ਅਪੀਲ ਹੈ ਵੀ ਤਿਆਰੀ ਅੱਜ ਤੋਂ ਸ਼ੁਰੂ ਕਰੋ। ਜਿੰਨੀ ਤੁਹਾਡੀ ਤਿਆਰੀ ਹੋਊਗੀ ਓਨਾ ਹੀ ਤੁਸੀਂ ਇਸ ਜਿਹੜੀ ਧਰਮ ਯੁੱਧ ਹੈ, ਇਹਨੂੰ ਧਰਮ ਯੁੱਧ ਕਹਿਣਾ। ਈਸਾਈਆਂ ਨੇ ਤਾਂ ਨਾਅਰਾ ਦੇ ਦਿੱਤਾ ਸਾਡੀ ਗੁਰੂ ਦੀ ਨਗਰੀ 'ਚ ਆ ਕੇ, ਈਸਾਈਆਂ ਨੇ ਕਰੂਸੇਡ ਦਾ ਨਾਅਰਾ ਦਿੱਤਾ। ਕਰੂਸੇਡ ਦਾ ਅਰਥ ਹੈ ਧਰਮ ਯੁੱਧ। ਜਦੋਂ ਈਸਾਈ ਮੁਲਕ ਇਹਨਾਂ ਦੇ ਇਸਲਾਮਿਕ ਮੁਲਕਾਂ 'ਤੇ ਚੜ੍ਹਾਈ ਕਰਦੇ ਸੀ ਨਾ, ਉਹ ਨਾਅਰਾ ਦਿੰਦੇ ਸੀ ਕਰੂਸੇਡ, ਅਸੀਂ ਕਰੂਸੇਡ ਕਰਨ ਚੱਲੇ। ਜਦੋਂ ਇਸਲਾਮਿਕ ਮੁਲਕ ਈਸਾਈਆਂ 'ਤੇ ਚੜ੍ਹਾਈ ਕਰਦੇ ਸੀ, ਉਹ ਜਹਾਦ ਦਾ ਨਾਅਰਾ ਦਿੰਦੇ ਸੀ ਵੀ ਜਹਾਦ ਕਰਨ ਚੱਲੇ। ਸਾਡੇ ਇਹਨਾਂ ਨੇ ਦਰਬਾਰ ਸਾਹਿਬ ਦੇ ਨੇੜੇ ਆਣ ਕੇ ਸਮਾਗਮ ਕੀਤਾ, ਉੱਥੇ ਕਿਹਾ ਕਰੂਸੇਡ ਆਵੇ ਧਰਮ ਯੁੱਧ ਹੈ। ਅਤੇ ਧਰਮ ਯੁੱਧ ਦਾ ਜਵਾਬ ਕਿਵੇਂ ਦੇਈਦਾ? ਜੇ ਕੋਈ ਯੁੱਧ ਲਈ ਮੰਗਾਰੇ ਅਤੇ ਉਹਨੂੰ ਅੱਗੇ ਤਰਲੇ ਕਰੀਦਾ। ਯੁੱਧ ਜਿਹੜਾ ਯੁੱਧ ਦੀ ਇੱਛਾ ਨਾ ਆਵੇ ਉਹਨਾਂ ਯੁੱਧ ਹੀ ਲੜੀਦਾ। ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਅਨੰਦਪੁਰ ਸਾਹਿਬ ਛੱਡ ਕੇ ਨਿਕਲ ਗਏ ਸੀ। ਕਿਸੇ ਸੁਨਾਹੀਏ ਨੇ ਆਣ ਕੇ ਸੁਣਾ ਦਿੱਤਾ ਵੀ ਪਾਤਸ਼ਾਹ ਤੁਹਾਡੇ ਨਾਲ ਲੜਨ ਨੂੰ ਤੇ ਲੱਖਾਂ ਦੀ ਫੌਜ ਆਈ ਹੈ, 10 ਲੱਖ ਦੀ ਫੌਜ ਤੁਹਾਡੇ ਨਾਲ ਲੜਨ ਨੂੰ ਆਈ ਹੈ। ਹੁਣ 10 ਲੱਖ ਦੀ ਫੌਜ ਆਈ ਹੈ ਅਤੇ ਮਹਾਰਾਜ ਨੇ ਅੱਗੇ ਵਚਨ ਕੀਤਾ ਵੀ ਜੇ ਐਡੀ ਇੱਛਾ ਲੈ ਕੇ ਉਹ ਲੜਨ ਆਏ ਆ ਅਤੇ ਵਾਪਸ ਮੁੜੋ ਜੰਗ ਲੜਨ ਦੇ। ਸੋ ਜਦੋਂ ਕੋਈ ਜੰਗ ਲਈ ਵੰਗਾਰਦਾ ਫਿਰ ਇੱਥੋਂ ਛੱਡ ਕੇ ਨਹੀਂ ਭੱਜਣਾ। ਆਈਲੈਟਸ ਕਰਨਾ ਬੜਾ ਸੌਖਾ ਹੈ, ਉੱਥੇ ਜਾ ਕੇ ਕੋਈ ਮੁਕਤੀ ਨਹੀਂ ਮਿਲਣੀ ਕਿਸੇ ਨੂੰ। ਉੱਥੇ ਇਹ ਤੋਂ ਵੀ ਵੱਡੀ ਭਟਕਣਾ ਹੈ। ਉੱਥੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇੱਥੋਂ ਨੂੰ ਕਿਤੇ ਬਰਾਬਰ ਹੈ। ਅਸੀਂ ਉੱਥੋਂ ਹੀ ਆਏ। ਸੋ ਉੱਥੇ ਉੱਥੇ ਦੇ ਡਿਪਰੈਸ਼ਨ ਦਾ ਸ਼ਿਕਾਰ ਨੇ ਲੋਕ ਸਾਰੇ। ਇੱਥੇ ਰਹਿਣਾ ਜਿੱਥੇ ਤੁਹਾਨੂੰ ਵੰਗਾਰਿਆ ਜਾ ਰਿਹਾ, ਜਿੱਥੇ ਤੁਹਾਡੀਆਂ ਧੀਆਂ ਭੈਣਾਂ ਦੀ ਪੱਤ ਨੂੰ ਹੱਥ ਪਾਇਆ ਜਾ ਰਿਹਾ, ਜਿੱਥੇ ਤੁਹਾਡੇ ਨਾਲ ਨਾਇਨਸਾਫੀ ਕੀਤੀ ਜਾ ਰਹੀ ਹੈ, ਜਿੱਥੇ ਤੁਹਾਡੇ ਗੁਰੂ ਦੀ ਬੇਅਦਬੀ ਕੀਤੀ ਜਾ ਰਹੀ, ਉੱਥੋਂ ਕਿਉਂ ਛੱਡ ਕੇ ਜਾਣਾ? ਇਹ ਧਰਤੀ ਨਾ, ਇਸ ਧਰਤੀ ਨਾਲ ਸਾਨੂੰ ਵੈਸੇ ਕੋਈ ਮੋਹ ਨਹੀਂ ਹੈਗਾ। ਸਾਨੂੰ ਮੋਹ ਇਸ ਕਰਕੇ ਆ ਕੇਵਲ ਵੀ ਇੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ। ਇਸ ਬੋਲੀ ਨਾਲ ਸਾਨੂੰ ਮੋਹ ਇਸ ਕਰਕੇ ਆ ਵੀ ਇਸ ਗੁਰੂ ਸਾਹਿਬ ਨੇ ਇਸ ਬੋਲੀ 'ਚ ਬਾਣੀ ਰਚੀ। ਸੋ ਮੇਰੀਆਂ ਇੰਨੀਆਂ ਕਿ ਬੇਨਤੀਆਂ ਸਨ। ਨੌਜਵਾਨਾਂ ਨੂੰ ਇਹ ਬੇਨਤੀ ਆ ਵੀ ਖੰਡੇ ਬਾਟੇ ਦੀ ਪੌਲ ਛਕੋ। ਜਿਹੜੇ ਨੌਜਵਾਨ, ਮੈਂ ਆਪ ਛਕਣੀ ਹੈ, ਅਸੀਂ ਆਪ ਜਥੇ ਦੇ ਰੂਪ ਦੇ ਵਿੱਚ ਖੰਡੇ ਬਾਟੇ ਦੀ ਪੌਲ ਛਕਣੀ ਹੈ। ਜਿਹੜੇ ਵੀ ਨੌਜਵਾਨ ਖੰਡੇ ਬਾਟੇ ਦੀ ਪੌਲ ਛਕਣਾ ਚਾਹੁੰਦੇ ਆ, ਜਿਹੜੇ ਵੀ ਨੌਜਵਾਨ ਖੰਡੇ ਬਾਟੇ ਦੀ ਪੌਲ ਛਕਣਾ ਚਾਹੁੰਦੇ ਆ, ਉਹ ਆਪਣਾ ਨਾਂ ਦਰਜ ਕਰਾਓ ਅਤੇ ਕੇਵਲ ਉਹ ਬੰਦੇ ਨਾਂ ਦਰਜ ਕਰਾਓ ਜਿਹੜੇ ਪੰਜ ਪਿਆਰਿਆਂ ਦੇ ਕੀਤੇ ਸਾਰੇ ਸਵਾਲਾਂ ਦੇ ਜਵਾਬ ਹਿਰਦੇ ਤੋਂ ਦੇ ਸਕਦੇ। ਜਿਨ੍ਹਾਂ ਨੇ ਖਾਨਾ ਪੂਰਤੀ ਕਰਨੀ ਹੈ ਉਹ ਅਜੇ ਇੰਤਜ਼ਾਰ ਕਰ ਲਓ, ਉਹਨਾਂ ਨੇ ਅਜੇ ਭਟਕਣਾ ਹੋਰ ਸਿਆਣੀਓ ਸਹੀ ਜਾਓ। ਇੰਨੀਆਂ ਕੁ ਬੇਨਤੀਆਂ ਸਨ। ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।